ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਕਹਾਣੀਆਂ ਬਾਰੇ ਗੱਲ ਕਰਾਂਗੇ। ਕਹਾਣੀਆਂ ਹਰ ਇੱਕ ਨੂੰ ਹੀ ਚੰਗੀਆਂ ਲੱਗਦੀਆਂ ਨੇ। ਸ਼ੁਰੂ ਤੋਂ ਹੀ ਬੱਚੇ ਹੈ ਜਿਹੜੇ, ਉਹਨਾਂ ਦੇ ਮਨਾਂ ਦੇ ਵਿੱਚ ਕਹਾਣੀ ਸੁਣਨ ਦੀ ਲਾਲਸਾ ਹੁੰਦੀ ਹੈ। ਛੋਟਾ ਬੱਚਾ ਹੈ ਜਿਹੜਾ, ਉਹ ਆਪਣੀ ਮਾਂ ਤੋਂ ਕਹਾਣੀਆਂ ਸੁਣਦਾ ਹੈ, ਕਹਾਣੀਆਂ ਸੁਣਦਾ ਸੁਣਦਾ ਸੌਂ ਜਾਂਦਾ ਹੈ। ਤਾਂ ਮਾਂ ਹੈ ਜਿਹੜੀ ਬੇਟਾ, ਉਹ ਬੱਚੇ ਨੂੰ ਅਜਿਹੀਆਂ ਕਹਾਣੀਆਂ ਸੁਣਾਉਂਦੀ ਹੈ ਜਿਸ ਦੇ ਨਾਲ ਉਹਦੇ ਵਿੱਚ ਚੰਗੇ ਗੁਣ ਪੈਦਾ ਹੋਣ। ਤਾਂ ਇਹ ਸ਼ੁਰੂ ਤੋਂ ਹੀ ਪ੍ਰਵਿਰਤੀ ਰਹੀ ਹੈ ਕਿ ਕਹਾਣੀਆਂ ਦੇ ਰਾਹੀਂ ਮਨੁੱਖ ਦੀ ਯੋਗਤਾ ਨੂੰ ਵਧਾਇਆ ਜਾਂਦਾ ਹੈ, ਉਹਦੇ ਅੰਦਰਲੇ ਜਿਹੜੇ ਗੁਣ ਨੇ ਉਹਨਾਂ ਨੂੰ ਤਰਾਸ਼ਿਆ ਜਾਂਦਾ ਹੈ। ਤਾਂ ਇਹਦੇ ਵਿੱਚੋਂ ਹੀ, ਕਥਾਵਾਂ ਦੇ ਵਿੱਚੋਂ ਹੀ ਬੇਟਾ, ਕਈ ਉਹਦੀਆਂ ਗਾਂ ਰੂਪ ਨੇ, ਕਈ ਕਿਸਮਾਂ ਨੇ। ਅੱਜ ਆਪਾਂ ਨੀਤੀ ਕਥਾਵਾਂ ਬਾਰੇ ਗੱਲ ਕਰਨੀ ਹੈ। ਤਾਂ ਜਿਹੜੀਆਂ ਕਥਾਵਾਂ ਸਾਡੇ ਪਾਠਕਾਂ ਨੂੰ, ਸੁਣਨ ਵਾਲਿਆਂ ਨੂੰ ਜਾਂ ਪੜ੍ਹਨ ਵਾਲਿਆਂ ਨੂੰ ਜ਼ਿੰਦਗੀ ਦੇ ਵਿੱਚ ਕੰਮ ਆਉਣ ਤੇ ਕਿਸੇ ਨਾ ਕਿਸੇ ਯੁਗਤ ਰਾਹੀਂ ਜਾਂ ਚਾਲ ਰਾਹੀਂ ਕੁਝ ਸਮਝਾਉਣ ਦਾ ਯਤਨ ਕਰਨ, ਉਹਨਾਂ ਨੂੰ ਨੀਤੀ ਕਥਾਵਾਂ ਕਿਹਾ ਜਾਂਦਾ। ਹੁਣ ਜਿਵੇਂ ਲੋਕ ਸਾਹਿਤ, ਉਹ ਸਾਹਿਤ ਹੁੰਦਾ ਬੇਟਾ ਜਿਹੜਾ ਲੋਕ ਸਿਰਜਦੇ ਹੈ। ਇੱਕ ਵਿਅਕਤੀ ਨਹੀਂ ਸਿਰਜਦਾ। ਸਾਨੂੰ ਨਹੀਂ ਪਤਾ ਕਿ ਉਹ ਸਾਹਿਤ ਕਿਹਨੇ ਲਿਖਿਆ, ਪਰ ਅਸੀਂ ਪੀੜ੍ਹੀਆਂ ਤੋਂ ਪੀੜ੍ਹੀ ਉਹ ਸੁਣਦੇ ਆਉਂਦੇ ਹਾਂ। ਜਿਵੇਂ ਬੁਝਾਰਤਾਂ ਹੁੰਦੀਆਂ ਨੇ, ਅਖੌਤਾਂ ਹੈ, ਮੁਹਾਵਰੇ ਹੈ, ਜਿਹੜੇ ਵਿਆਹ ਸ਼ਾਦੀਆਂ 'ਚ ਅਸੀਂ ਗੀਤ ਗਾਉਂਦੇ ਹਾਂ ਉਹ ਗੀਤ ਹੈ। ਕਹਾਣੀਆਂ ਜਿਹੜੀਆਂ, ਉਹ ਵੀ ਲੋਕ ਸਾਹਿਤ ਦਾ ਹੀ ਇੱਕ ਰੂਪ ਹੁੰਦਾ ਹੈ। ਤੇ ਗਾਂ ਇਹ ਜਿਹੜੀਆਂ ਲੋਕ ਕਹਾਣੀਆਂ, ਉਹਨਾਂ ਦਾ ਹੀ ਇੱਕ ਅੰਗ ਹੁੰਦੀਆਂ ਨੇ ਇਹ ਨੀਤੀ ਕਥਾਵਾਂ। ਨੀਤੀ ਕਥਾਵਾਂ ਹੈ ਜਿਹੜੀਆਂ, ਉਹਦੇ ਵਿੱਚ ਕੋਈ ਨਾ ਕੋਈ ਸਿੱਖਿਆ ਜਾਂ ਕੋਈ ਨਾ ਕੋਈ ਉਪਦੇਸ਼ ਸਾਡੇ ਲਈ ਲੁਕਿਆ ਹੋਇਆ ਹੁੰਦਾ। ਹੁਣ ਜੇ ਅਸੀਂ ਕਿਸੇ ਨੂੰ ਕੋਈ ਸਿੱਧਾ ਉਪਦੇਸ਼ ਜਾਂ ਸਿੱਖਿਆ ਦਿੰਦੇ ਹਾਂ ਤਾਂ ਉਹਦੇ ਤੇ ਬਹੁਤਾ ਅਸਰ ਨਹੀਂ ਹੁੰਦਾ ਉਸ ਗੱਲ ਦਾ। ਪਰ ਜੇ ਅਸੀਂ ਉਦਾਹਰਨਾਂ ਦੇ ਰਾਹੀਂ ਤੇ ਵਿਸ਼ੇਸ਼ ਤੌਰ ਤੇ ਜੇ ਕਹਾਣੀ ਦੇ ਰਾਹੀਂ ਸਿੱਖਿਆ ਦਿੰਦੇ ਹਾਂ ਤਾਂ ਫਿਰ ਉਹਦੇ ਤੇ ਉਸ ਗੱਲ ਦਾ ਬਹੁਤ ਅਸਰ ਹੁੰਦਾ। ਤਾਂ ਇਸੇ ਕਰਕੇ ਨੀਤੀ ਕਥਾਵਾਂ ਜਿਹੜੀਆਂ, ਸ਼ਾਇਦ ਉਹਨਾਂ ਦੀ ਸਿਰਜਣਾ ਹੋਈ ਤਾਂ ਜੋ ਦੂਜੇ ਨੂੰ ਉਪਦੇਸ਼ ਹੈ ਜਿਹੜਾ ਉਹ ਭਾਰੂ ਜਿਹਾ ਨਾ ਲੱਗੇ, ਸਗੋਂ ਉਹ ਉਪਦੇਸ਼ ਆਪਣੇ ਆਪ ਹੀ ਉਸਦੇ ਮਨ ਦੇ ਵਿੱਚ ਜਾ ਕੇ ਵਸ ਜਾਵੇ। ਤੇ ਨੀਤੀ ਕਥਾਵਾਂ ਜਿਹੜੀਆਂ, ਉਹਦੇ ਵਿੱਚ ਕਹਾਣੀ ਵਰਗਾ ਰਸ ਹੁੰਦਾ, ਉਹੀ ਮਨੋਰੰਜਨ ਦਿੰਦੀਆਂ ਨੇ। ਇਹ ਬੜੀਆਂ ਹੀ ਵਿਚਿੱਤਰ ਹੁੰਦੀਆਂ, ਪਰ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਉਪਦੇਸ਼ ਜਾਂ ਸਿੱਖਿਆ ਉਹ ਬਹੁਤ ਹੀ ਕੀਮਤੀ ਹੁੰਦੀ ਹੈ। ਅਸੀਂ ਪੁਰਾਣੇ ਗ੍ਰੰਥਾਂ ਦੇ ਵਿੱਚ ਦੇਖਦੇ ਹਾਂ, ਪੰਚਤੰਤਰ ਦੀਆਂ ਕਹਾਣੀਆਂ ਹੁੰਦੀਆਂ ਨੇ। ਹੁਣ ਤੁਸੀਂ ਤਾਂ ਟੀਵੀ ਤੇ ਬਹੁਤ ਸਾਰੇ ਚੈਨਲ ਦੇਖਦੇ ਹੋ। ਕਾਫੀ ਸਮਾਂ ਪਹਿਲਾਂ ਜਦੋਂ ਇੰਨੇ ਚੈਨਲ ਨਹੀਂ ਸੀ ਪ੍ਰਚਲਿਤ ਹੁੰਦੇ ਤਾਂ ਪੰਚਤੰਤਰ ਦੀਆਂ ਕਹਾਣੀਆਂ ਆਉਂਦੀਆਂ ਹੁੰਦੀਆਂ ਸੀ ਟੀਵੀ ਦੇ ਉੱਤੇ। ਉਹ ਅਸੀਂ ਬੜੀ ਦਿਲਚਸਪੀ ਦੇ ਨਾਲ ਦੇਖਦੇ ਹੁੰਦੇ ਸੀ। ਉਹ ਹਰ ਕਹਾਣੀ ਦੇ ਵਿੱਚ ਕੋਈ ਨਾ ਕੋਈ ਸਿੱਖਿਆ ਹੁੰਦੀ ਸੀ। ਤਾਂ ਉਸੇ ਤਰ੍ਹਾਂ ਪੰਚਤੰਤਰ ਦੀਆਂ ਕਹਾਣੀਆਂ ਦੀਆਂ ਬਾਲ ਪੁਸਤਕਾਂ ਵੀ ਮਿਲਦੀਆਂ, ਤੁਹਾਡੀ ਸਕੂਲ ਦੀ ਲਾਇਬ੍ਰੇਰੀ ਦੇ ਵਿੱਚ ਵੀ ਜ਼ਰੂਰ ਹੋਣਗੀਆਂ। ਤੁਸੀਂ ਜਾ ਕੇ ਦੇਖਿਓ, ਉਹਨਾਂ ਕਹਾਣੀਆਂ ਦੇ ਵਿੱਚ ਕੋਈ ਨਾ ਕੋਈ ਸਿੱਖਿਆ ਜਿਹੜੀ ਉਹ ਛੁਪੀ ਹੋਈ ਹੁੰਦੀ ਹੈ। ਇਹ ਕਹਾਣੀਆਂ ਜਿਹੜੀਆਂ, ਇਹਨਾਂ ਦੀ ਵਿਸ਼ੇਸ਼ਤਾ ਇਹ ਹੈ ਬੇਟਾ ਕਿ ਆਮ ਕਹਾਣੀਆਂ ਦੇ ਵਿੱਚ ਤਾਂ ਪਾਤਰ ਹੈ ਜਿਹੜੇ ਉਹ ਮਨੁੱਖ ਹੁੰਦੇ ਆ, ਪਰ ਇਹਨਾਂ ਕਹਾਣੀਆਂ ਵਿੱਚ ਜ਼ਿਆਦਾਤਰ ਪਸ਼ੂ, ਪੰਛੀ ਜਾਂ ਬੇਜਾਨ ਵਸਤਾਂ ਹੁੰਦੀਆਂ ਤੇ ਉਹ ਸਾਰੇ ਵੀ ਬੋਲਦੇ ਆ ਮਨੁੱਖਾਂ ਦੀ ਤਰ੍ਹਾਂ, ਇੱਕ ਦੂਸਰੇ ਨਾਲ ਗੱਲਾਂ ਕਰਦੇ ਆ, ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਦੇ ਆ, ਇੱਕ ਦੂਸਰੇ ਨਾਲ ਰਿਸ਼ਤੇ ਬਣਾਉਂਦੇ ਆ, ਮਿੱਤਰਤਾ ਨਿਭਾਉਂਦੇ ਆ। ਤਾਂ ਇਸ ਤਰ੍ਹਾਂ ਨਾਲ ਉਹਨਾਂ ਦੁਆਰਾ ਜਿਹੜੀ ਕਹੀ ਹੋਈ ਗੱਲ ਹੈ ਉਹ ਅਸੀਂ ਬੜੀ ਦਿਲਚਸਪੀ ਦੇ ਨਾਲ ਸੁਣਦੇ ਹਾਂ ਕਿ ਅੱਛਾ ਫਿਰ ਇਸ ਜਾਨਵਰ ਨੇ ਆਹ ਕਿਹਾ, ਅੱਛਾ ਫਿਰ ਇਸ ਜਾਨਵਰ ਨੇ ਇਹ ਉੱਤਰ ਦਿੱਤਾ। ਤਾਂ ਉਹ ਅਨੋਖਾ ਹੋਣ ਕਰਕੇ ਸਾਡੇ ਤੇ ਜ਼ਿਆਦਾ ਅਸਰ ਪਾਉਂਦਾ। ਇਹ ਮੰਨਿਆ ਜਾਂਦਾ ਹੈ ਕਿ ਪਹਿਲਾਂ ਜਿਹੜੇ ਰਾਜਕੁਮਾਰ ਹੁੰਦੇ ਸੀ, ਰਾਜ ਘਰਾਣੇ ਦੇ ਬੱਚੇ, ਉਹਨਾਂ ਨੂੰ ਸਿੱਖਿਆ ਦੇਣ ਦੇ ਲਈ
ਉਹਨਾਂ ਨੂੰ ਰਾਜਨੀਤੀ ਸਿਖਾਉਣ ਦੇ ਲਈ ਸ਼ਾਇਦ ਇਹ ਕਥਾਵਾਂ ਜਿਹੜੀਆਂ ਉਹ ਘੜੀਆਂ ਗਈਆਂ, ਇਹਨਾਂ ਦੀ ਸਿਰਜਣਾ ਹੋਈ, ਕਿਉਂਕਿ ਉਹਨਾਂ ਨੇ ਸਾਰਾ ਰਾਜ ਭਾਗ ਸੰਭਾਲਣਾ ਹੁੰਦਾ ਸੀ। ਤਾਂ ਪਸ਼ੂ ਪੰਛੀਆਂ ਦੇ ਰਾਹੀਂ ਮਨੁੱਖ ਦੇ ਸੁਭਾਅ ਦੀਆਂ ਬਰੀਕੀਆਂ ਉਹਨਾਂ ਨੂੰ ਸਮਝਾਈਆਂ ਜਾਂਦੀਆਂ ਸੀ। ਤਾਂ ਬੇਟਾ ਇਹ ਜਿਹੜੀਆਂ ਨੀਤੀ ਕਥਾਵਾਂ ਹੈ, ਇਹਨਾਂ ਦੇ ਅੰਤ ਦੇ ਵਿੱਚ ਸਿੱਖਿਆ ਜਿਹੜੀ ਉਹ ਛਿਪੀ ਹੋਈ ਹੁੰਦੀ ਹੈ। ਉਂਝ ਤਾਂ ਸ਼ੁਰੂ ਤੋਂ ਹੀ ਸਿੱਖਿਆ ਦੇਣੀ ਸ਼ੁਰੂ ਹੋ ਜਾਂਦੀ ਹੈ ਕਹਾਣੀ ਦੇ ਵਿੱਚ, ਪਰ ਅੰਤ ਦੇ ਵਿੱਚ ਉਹ ਜ਼ਿਆਦਾ ਸਪਸ਼ਟ ਹੁੰਦੀ ਹੈ। ਹੁਣ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਭਾਵੇਂ ਬਹੁਤਾ ਜ਼ਿਆਦਾ ਮਹੱਤਵ ਇਹਨਾਂ ਦਾ ਨਹੀਂ ਰਿਹਾ, ਕਿਉਂਕਿ ਬੱਚਿਆਂ ਨੂੰ ਕਹਾਣੀਆਂ ਪੜ੍ਹਨ ਦੀ ਆਦਤ ਨਹੀਂ ਰਹੀ, ਮਾਂ-ਬਾਪ ਕੋਲ ਕਹਾਣੀਆਂ ਸੁਣਾਉਣ ਦੀ ਵਿਹਲ ਨਹੀਂ। ਪਰ ਫਿਰ ਵੀ ਬੱਚਿਓ, ਇਹ ਕਹਾਣੀਆਂ ਜਿਹੜੀਆਂ ਉਹ ਮਨੁੱਖੀ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਨੇ। ਤੇ ਤੁਸੀਂ ਜੇ ਤੁਹਾਡੇ ਮੰਮੀ ਨੇ ਤੁਹਾਨੂੰ ਨਹੀਂ ਵੀ ਸੁਣਾਈਆਂ ਕਹਾਣੀਆਂ, ਉਹਦੇ ਕੋਲ ਨਹੀਂ ਵੀ ਸੀ ਸਮਾਂ, ਤਾਂ ਤੁਸੀਂ ਆਪਣੀ ਸਕੂਲ ਦੀ ਲਾਇਬ੍ਰੇਰੀ ਦੇ ਵਿੱਚੋਂ ਇਹ ਪੁਸਤਕਾਂ ਲੱਭ ਕੇ ਪੜ੍ਹਨੀਆਂ ਜ਼ਰੂਰ ਨੇ। ਇਹਦੇ ਵਿੱਚ ਬਹੁਤ ਹੀ ਵੱਡੀ ਜ਼ਿੰਦਗੀ ਦੀ ਇੱਕ ਸੋਚ ਹੈ ਜਿਹੜੀ ਉਹ ਛਿਪੀ ਹੋਈ ਹੈ, ਜਿਹੜੀ ਸਾਡੀ ਸੋਚ ਨੂੰ ਹੋਰ ਪ੍ਰਫੁੱਲਿਤ ਕਰਦੀ ਹੈ। ਇਹ ਕਹਾਣੀਆਂ ਸਾਡੇ ਬਾਲ ਸਾਹਿਤ ਦੇ ਰੂਪ ਦੇ ਵਿੱਚ ਪ੍ਰਚਲਿਤ ਨੇ। ਤਾਂ ਸਾਡੀ ਜਿਹੜੀ ਇਹ ਪੰਜਾਬੀ ਦੀ ਪਾਠ ਪੁਸਤਕ ਹੈ, ਉਹਦੇ ਵਿੱਚ ਇਹ ਨੀਤੀ ਕਥਾਵਾਂ ਦੇ ਅਧੀਨ ਜਿਹੜੀ ਇੱਕ ਕਹਾਣੀ ਆਪਾਂ ਹੁਣ ਚੁਣੀ ਹੈ ਪੜ੍ਹਨ ਦੇ ਲਈ, ਉਹਦਾ ਨਾਂ ਹੈ ਲਾਲਸਾ ਦੀ ਚੱਕੀ। ਤਾਂ ਲਾਲਸਾ ਦੀ ਚੱਕੀ ਹੈ ਜਿਹੜੀ ਕਹਾਣੀ, ਇਹ ਨੀਤੀ ਕਹਾਣੀ ਹੈ। ਤਾਂ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਨੀਤੀ ਕਹਾਣੀਆਂ ਹੁੰਦੀਆਂ ਕੀ ਹੈ, ਇਹ ਕਥਾਵਾਂ ਅਸਲ ਦੇ ਵਿੱਚ। ਤਾਂ ਹੁਣ ਆਪਾਂ ਇਹ ਲਾਲਸਾ ਦੀ ਚੱਕੀ ਕਹਾਣੀ ਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਇਹਦੇ ਵਿੱਚ ਕਿਹੜਾ ਉਪਦੇਸ਼ ਹੈ ਜਿਹੜਾ ਉਹ ਛੁਪਿਆ ਹੋਇਆ ਹੈ। ਤਾਂ ਲਾਲਸਾ ਦਾ ਕੀ ਮਤਲਬ ਹੁੰਦਾ ਬੇਟਾ? ਲਾਲਸਾ ਦਾ ਮਤਲਬ ਹੁੰਦਾ ਹੈ ਤੀਬਰ ਇੱਛਾ, ਚਾਹ, ਜਾਂ ਆਪਾਂ ਉਹਨੂੰ ਕਹਿ ਸਕਦੇ ਹਾਂ ਲਾਲਚ, ਹੋਰ ਜ਼ਿਆਦਾ ਪ੍ਰਾਪਤ ਕਰਨ ਦੀ ਮਨ ਦੀ ਭਾਵਨਾ, ਉਹਨੂੰ ਕਹਿੰਦੇ ਆ ਲਾਲਸਾ। ਤੇ ਚੱਕੀ ਹੈ ਜਿਹੜੀ ਉਹ ਕੀ ਕਰਦੀ ਹੈ? ਚੱਕੀ ਚੱਲਦੀ ਰਹਿੰਦੀ ਹੈ ਤੇ ਚੱਕੀ ਦੇ ਪੁੜਾਂ ਦੇ ਵਿੱਚੋਂ ਜੋ ਅਸੀਂ ਵਿੱਚ ਪਾਉਨੇ ਆ ਉਹ ਬਾਹਰ ਨਿਕਲੀ ਜਾਂਦਾ ਬੇਟਾ, ਬਣ ਕੇ ਉਹਦਾ ਮਹੀਨ ਰੂਪ ਹੈ ਜਿਹੜਾ ਉਹ ਸਾਡੇ ਸਾਹਮਣੇ ਆਈ ਜਾਂਦਾ। ਤੇ ਹੁਣ ਜਿਹੜੀ ਲਾਲਸਾ ਦੀ ਚੱਕੀ ਹੈ, ਵਧੇਰੇ ਪ੍ਰਾਪਤ ਕਰਨ ਦੀ ਚਾਹ ਹੈ, ਉਹ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ? ਤਾਂ ਦੇਖਦੇ ਹਾਂ ਆਪਾਂ ਇਸ ਕਹਾਣੀ ਦੇ ਵਿੱਚ। ਇਸ ਕਹਾਣੀ 'ਚ ਬੇਟਾ ਇੱਕ ਸ਼ਹਿਰ 'ਚ ਇੱਕ ਬੰਦਾ ਰਹਿੰਦਾ ਸੀ, ਬਹੁਤ ਹੀ ਲਾਲਚੀ ਸੀ। ਉਹਨੇ ਸੁਣਿਆ ਸੀ ਵੀ ਜੇ ਆਪਾਂ ਸਾਧ ਸੰਤਾਂ ਦੀ ਸੇਵਾ ਕਰੀਏ ਤਾਂ ਸਾਨੂੰ ਬਹੁਤ ਧਨ ਪ੍ਰਾਪਤ ਹੁੰਦਾ ਹੈ, ਕਿਉਂਕਿ ਸਾਧ ਸੰਤ ਹੈ ਜਿਹੜੇ ਬੜੇ ਪਹੁੰਚੇ ਹੋਏ ਹੁੰਦੇ ਆ, ਉਹ ਕੋਈ ਨਾ ਕੋਈ ਵਰ ਦਿੰਦੇ ਆ। ਤਾਂ ਉਹਦੇ ਮਨ ਦੇ ਵਿੱਚ ਇਹ ਸੋਚ ਸੀ, ਤਾਂ ਉਹਨੇ ਸਾਧ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰਤੀ। ਕੋਈ ਵੀ ਸਾਧ ਸੰਤ ਆਉਂਦਾ, ਉਹ ਬਹੁਤ ਹੀ ਜ਼ਿਆਦਾ ਸੇਵਾ ਕਰਦਾ। ਤਾਂ ਇੱਕ ਵਾਰ ਬੇਟਾ ਉਹਦੇ ਘਰ ਬਹੁਤ ਕਰਨੀ ਵਾਲੇ ਸੰਤ ਆਏ ਤੇ ਉਹਦੀ ਸੇਵਾ ਤੋਂ ਬਹੁਤ ਖੁਸ਼ ਹੋਏ। ਉਹਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਉਸ ਲਾਲਚੀ ਵਿਅਕਤੀ ਨੂੰ 4 ਦੀਵੇ ਦਿੱਤੇ ਤੇ 4 ਦੀਵਿਆਂ ਬਾਰੇ ਉਹਨਾਂ ਨੇ ਦੱਸਿਆ ਕਿ ਇਹਨਾਂ ਚੋਂ ਇੱਕ ਦੀਵਾ ਬਾਲ ਕੇ ਤੂੰ ਪੂਰਬ ਦਿਸ਼ਾ ਦੇ ਵੱਲ ਤੁਰ ਪੈਣਾ। 4 ਦਿਸ਼ਾਵਾਂ ਨੇ ਨਾ ਆਪਣੀਆਂ, ਉੱਤਰ, ਦੱਖਣ, ਪੂਰਬ, ਪੱਛਮ। ਤਾਂ ਉਹਨਾਂ ਨੇ ਪਹਿਲੇ ਬਾਰੇ ਕਿਹਾ ਕਿ ਤੇ ਇਹ ਦੀਵਾ ਹੈ ਜਿਹੜਾ ਇਹਨੂੰ ਤੂੰ ਬਾਲਣਾ ਤੇ ਪੂਰਬ ਦਿਸ਼ਾ ਵੱਲ ਤੁਰਦੇ ਜਾਣ। ਜਿੱਥੇ ਇਹ ਦੀਵਾ ਬੁਝ ਗਿਆ ਉੱਥੇ ਤੂੰ ਧਰਤੀ ਪੱਟਣੀ ਸ਼ੁਰੂ ਕਰ ਦੇਣੀ ਹੈ ਤੇ ਜਿੱਥੋਂ ਧਰਤੀ ਪੱਟੇਗਾ ਉਹਦੇ ਵਿੱਚੋਂ ਤੈਨੂੰ ਬਹੁਤ ਧਨ ਮਿਲੂਗਾ ਤੇ ਤੂੰ ਆਪਣੀਆਂ ਲੋੜਾਂ ਪੂਰੀਆਂ ਕਰੀ। ਜੇ ਫਿਰ ਵੀ ਤੈਨੂੰ ਹੋਰ ਧਨ ਦੀ ਲੋੜ ਪਈ ਤਾਂ ਤੂੰ ਦੂਜਾ ਦੀਵਾ ਲੈ ਲਈ, ਦੂਜਾ ਦੀਵਾ ਬਾਲ ਲਈ, ਉਹਨੂੰ ਬਾਲ ਕੇ ਪੱਛਮ ਦਿਸ਼ਾ ਵੱਲ ਨੂੰ ਤੁਰ ਪਈ। ਹੁਣ ਉਹ ਲੈ ਕੇ ਦੀਵਾ ਜਦੋਂ ਤੂੰ ਪੱਛਮ ਦਿਸ਼ਾ ਵੱਲ ਜਾਏਗਾ ਤਾਂ ਜਿੱਥੇ ਉਹ ਦੀਵਾ ਬੁਝ ਗਿਆ ਉੱਥੋਂ ਜ਼ਮੀਨ ਪੁੱਟੀ, ਉੱਥੋਂ ਵੀ ਤੈਨੂੰ ਬਹੁਤ ਧਨ, ਬਹੁਤ ਮਾਇਆ ਮਿਲੂਗੀ, ਤੇਰੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਹੋ ਜਾਣਗੀਆਂ। ਪਰ ਫਿਰ ਵੀ ਜੇ ਤੇਰੇ ਮਨ ਨੂੰ ਸੰਤੁਸ਼ਟੀ ਨਾ ਮਿਲੀ, ਤੈਨੂੰ ਇਹ ਧਨ ਦੌਲਤ ਘੱਟ ਲੱਗੀ, ਤਾਂ ਫਿਰ ਤੂੰ ਤੀਜਾ ਦੀਵਾ ਬਾਲੀ।
ਤੀਜਾ ਦੀਵਾ ਬਾਲ ਕੇ ਤੂੰ ਦੱਖਣ ਦਿਸ਼ਾ ਵੱਲ ਨੂੰ ਤੁਰੇ। ਜਦੋਂ ਤੂੰ ਦੱਖਣ ਦਿਸ਼ਾ ਵੱਲ ਜਾਏਂਗਾ ਤਾਂ ਜਿੱਥੇ ਦੀਵਾ ਉਹ ਬੁਝ ਗਿਆ ਉੱਥੋਂ ਜ਼ਮੀਨ ਪੁੱਟਣ ਲੱਗ ਜੀ, ਉੱਥੋਂ ਤੈਨੂੰ ਬਹੁਤ ਜ਼ਿਆਦਾ ਧਨ ਮਿਲਣਾ। ਤਾਂ ਇਹ 3 ਦਿਸ਼ਾਵਾਂ ਨੇ ਜਿਹੜੀਆਂ ਉਹ ਤੂੰ ਜਦੋਂ ਦੀਵਾ ਬਾਲ ਕੇ ਜਾਏਂਗਾ, ਜਿੱਥੇ ਦੀਵਾ ਬੁਝ ਗਿਆ ਉੱਥੋਂ ਧਰਤੀ ਪੁੱਟੇਂਗਾ, ਤੈਨੂੰ ਧਨ ਦੇਣਗੀਆਂ। ਪਰ ਇੱਕ ਗੱਲ ਤੂੰ ਯਾਦ ਰੱਖਣੀ ਹੈ ਕਿ 3 ਦਿਸ਼ਾਵਾਂ ਤੋਂ ਤੈਨੂੰ ਧਨ ਬਹੁਤ ਜ਼ਿਆਦਾ ਮਿਲਣਾ ਹੈ, ਪਰ ਤੇਰੇ ਕੋਲ ਇੱਕ ਦੀਵਾ ਬਚ ਜਾਣਾ ਹੈ। ਉਹ ਦੀਵਾ ਹੈ ਜਿਹੜਾ ਉਹ ਉੱਤਰ ਦਿਸ਼ਾ ਵਾਲਾ ਦੀਵਾ ਹੈ। ਇਹ ਦੀਵਾ ਤੂੰ ਬਾਲਣਾ ਨਹੀਂ ਤੇ ਨਾ ਹੀ ਤੂੰ ਉੱਤਰ ਦਿਸ਼ਾ ਵੱਲ ਨੂੰ ਜਾਣਾ। ਭਾਵ 3 ਦਿਸ਼ਾਵਾਂ ਤੈਨੂੰ ਅਥਾਹ ਧਨ ਦੇਣਗੀਆਂ, ਤੇਰੀਆਂ ਲੋੜਾਂ ਪੂਰੀਆਂ ਹੋਣਗੀਆਂ, ਲੋੜਾਂ ਪੂਰੀਆਂ ਹੋਣ ਤੋਂ ਵੀ ਜ਼ਿਆਦਾ ਧਨ ਤੇਰੇ ਕੋਲ ਆ ਜਾਊਗਾ। ਪਰ ਚੌਥਾ ਦੀਵਾ ਹੈ ਜਿਹੜਾ ਇਹਨੂੰ ਤੂੰ ਐਵੇਂ ਹੀ ਰੱਖਣਾ ਹੈ, ਨਾ ਤੂੰ ਇਹਨੂੰ ਬਾਲਣਾ ਤੇ ਨਾ ਬਾਲ ਕੇ ਤੂੰ ਉੱਤਰ ਦਿਸ਼ਾ ਵੱਲ ਨੂੰ ਤੁਰਨਾ। ਤਾਂ ਬੇਟਾ ਸੰਤ ਤਾਂ ਉਹਨੂੰ ਇਹ ਸਿੱਖਿਆ ਦੇ ਕੇ ਚਲੇ ਗਏ। ਹੁਣ ਸੰਤਾਂ ਦੇ ਜਾਂਦਿਆਂ ਹੀ ਉਸ ਵਿਅਕਤੀ ਦਾ ਤਾਂ ਫਿਰ ਲਾਲਚ ਹੈ ਜਿਹੜਾ ਉਹ ਉੱਠ ਖੜਾ ਹੋਇਆ। ਤਾਂ ਉਹਨੇ ਸੋਚਿਆ ਵੀ ਪਹਿਲਾਂ ਦੀਵਾ ਬਾਲਾਂ ਮੈਂ। ਉਹਨੇ ਦੀਵਾ ਬਾਲਿਆ ਤੇ ਪੂਰਬ ਦਿਸ਼ਾ ਵੱਲ ਨੂੰ ਤੁਰ ਪਿਆ। ਤੁਰਦਾ ਗਿਆ, ਦੂਰ ਜੰਗਲ 'ਚ ਜਾ ਕੇ ਦੀਵਾ ਬੁਝ ਗਿਆ। ਜਿੱਥੇ ਦੀਵਾ ਬੁਝ ਗਿਆ ਤਾਂ ਸੰਤਾਂ ਦੇ ਕਹੇ ਦੇ ਅਨੁਸਾਰ ਉਹਨੇ ਉਹ ਥਾਂ ਪੁੱਟੀ ਤਾਂ ਉੱਥੋਂ ਉਹਨੂੰ ਬੇਟਾ ਪੈਸਿਆਂ ਦੀ ਭਰੀ ਹੋਈ ਇੱਕ ਗਾਗਰ ਮਿਲੀ। ਤੇ ਬੜਾ ਖੁਸ਼ ਹੋ ਗਿਆ। ਉਹਨੇ ਸੋਚਿਆ ਕਿ ਗਾਗਰ ਨੂੰ ਤਾਂ ਮੈਂ ਇੱਥੇ ਹੀ ਪਿਆ ਰਹਿਣ ਦਿੰਨਾ, ਕਿਉਂਕਿ ਇਹ ਤਾਂ ਧਨ ਹੁਣ ਮੇਰੇ ਹੀ ਹੈ, ਮੈਨੂੰ ਪਤਾ ਲੱਗ ਗਿਆ ਇੱਥੇ ਪਿਆ ਹੈ। ਤਾਂ ਕਿਉਂ ਨਾ ਮੈਂ ਹੁਣ ਪੱਛਮ ਦਿਸ਼ਾ ਵੱਲ ਜਾਵਾਂ, ਦੂਜਾ ਦੀਵਾ ਬਾਲ ਕੇ, ਤੇ ਉੱਥੇ ਦੇਖਾਂ ਕੀ ਮਿਲਦਾ। ਤਾਂ ਬੇਟਾ ਉਹਨੇ ਇਹੀ ਕੰਮ ਕੀਤਾ। ਗਾਗਰ ਨੂੰ ਉੱਥੇ ਹੀ ਪਈ ਰਹਿਣ ਤਾਂ ਪੱਛਮ ਦਿਸ਼ਾ ਵੱਲ ਤੁਰ ਪਿਆ ਦੀਵਾ ਬਾਲ ਕੇ। ਤੁਰਦਾ ਗਿਆ, ਇੱਕ ਦੂਰ ਉਜਾੜ ਥਾਂ ਤੇ ਜਾ ਕੇ ਦੀਵਾ ਬੁਝ ਗਿਆ। ਉੱਥੇ ਜਾ ਕੇ ਉਹਨੇ ਧਰਤੀ ਪੱਟਣੀ ਸ਼ੁਰੂ ਕਰਤੀ। ਤੇ ਜਦੋਂ ਉਹਨੇ ਧਰਤੀ ਪੱਟੀ ਤਾਂ ਹੇਠਾਂ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਉਹਨੂੰ ਇੱਕ ਘੜਾ ਮਿਲਿਆ। ਹੁਣ ਇਹ ਘੜਾ ਦੇਖ ਕੇ ਉਹ ਤਾਂ ਬਹੁਤ ਖੁਸ਼ ਹੋਇਆ ਵੀ ਵਾਹ ਵਾਹ, ਇੰਨਾ ਧਨ ਮੈਨੂੰ ਮਿਲ ਗਿਆ। ਪਰ ਫਿਰ ਉਹਨੇ ਸੋਚਿਆ ਕਿ ਇਹ ਤਾਂ ਮੈਂ ਇੱਥੇ ਹੀ ਪਿਆ ਰਹਿਣ ਦਿੰਨਾ, ਹੁਣ ਇਹ ਤਾਂ ਮੈਨੂੰ ਮਿਲ ਹੀ ਗਿਆ, ਮੈਨੂੰ ਪਤਾ ਲੱਗ ਹੀ ਗਿਆ ਕਿ ਇੱਥੇ ਅਥਾਹ ਧਨ ਹੈ ਤੇ ਇਹ ਤਾਂ ਮੇਰੇ ਹੀ ਹੈ। ਕਿਉਂ ਨਾ ਮੈਂ ਦੱਖਣ ਵੱਲ ਜਾ ਕੇ ਦੇਖਾਂ ਕਿ ਉੱਥੇ ਕੀ ਹੈ। ਹੁਣ ਦੇਖੋ ਬੇਟਾ, ਆਦਮੀ ਦੇ ਮਨ ਦੀ ਲਾਲਸਾ ਸੀ, ਲਾਲਚ ਸੀ, ਹੋਰ ਵੱਧ ਪ੍ਰਾਪਤੀ ਦੀ ਭਾਵਨਾ ਸੀ ਉਹਦੇ ਮਨ ਦੇ ਵਿੱਚ ਕਿ ਜਿਹੜਾ ਧਨ ਮਿਲ ਗਿਆ ਉਹਨੂੰ ਉਹਨੇ ਵਰਤਿਆ ਵੀ ਨਹੀਂ, ਉਹਨੂੰ ਉਹ ਲੈ ਕੇ ਵੀ ਨਹੀਂ ਗਿਆ ਆਪਣੇ ਘਰ। ਦੇਖਿਆ ਤੇ ਉੱਥੇ ਹੀ ਰੱਖਤਾ ਕਿ ਇਹ ਤਾਂ ਮਿਲ ਗਿਆ, ਇਹ ਤਾਂ ਮੇਰਾ ਹੈ, ਇਹਦੇ ਤੇ ਤਾਂ ਹੁਣ ਮੇਰਾ ਕਬਜ਼ਾ ਹੈ, ਹੋਰ ਪ੍ਰਾਪਤ ਕਰਾਂ, ਹੋਰ ਧਨ ਹੈ ਜਿਹੜਾ ਉਹ ਮੇਰੇ ਕੋਲ ਹੋਵੇ। ਤਾਂ ਇਹ ਸੋਚ ਕੇ ਫਿਰ ਉਹ ਦੱਖਣ ਦਿਸ਼ਾ ਵੱਲ ਤੁਰ ਪਿਆ। ਤਾਂ ਦੀਵਾ ਉਹਨੇ ਬਾਲਿਆ, ਤੁਰਦਾ ਗਿਆ ਤਾਂ ਇੱਕ ਮੈਦਾਨ 'ਚ ਜਾ ਕੇ ਉਹ ਦੀਵਾ ਬੁਝ ਗਿਆ। ਤਾਂ ਉੱਥੇ ਉਹਨੇ ਧਰਤੀ ਪੁੱਟਣੀ ਸ਼ੁਰੂ ਕਰਤੀ। ਜਦੋਂ ਉਹਨੇ ਧਰਤੀ ਪੁੱਟੀ ਤਾਂ ਹੇਠਾਂ ਹੀਰੇ ਮੋਤੀ ਦੀਆਂ ਭਰੀਆਂ ਹੋਈਆਂ 2 ਪੇਟੀਆਂ ਉਹਨੂੰ ਮਿਲੀਆਂ। ਹੁਣ ਤਾਂ ਉਹ ਆਦਮੀ ਬਹੁਤ ਹੀ ਜ਼ਿਆਦਾ ਖੁਸ਼ ਸੀ, ਜਿੰਨਾ ਉਹਨੇ ਕਦੇ ਸੋਚਿਆ ਵੀ ਨਹੀਂ ਸੀ। ਇੰਨਾ ਧਨ ਹੈ ਜਿਹੜਾ ਉਸ ਨੂੰ ਮਿਲ ਗਿਆ ਸੀ। ਤਾਂ ਇਸ ਧਨ ਨੇ ਉਹਦੇ ਮਨ ਨੂੰ ਬਹੁਤ ਖੁਸ਼ ਤੇ ਸੰਤੁਸ਼ਟ ਕਰਤਾ। ਪਰ ਨਹੀਂ, ਸੰਤੁਸ਼ਟ ਨਹੀਂ ਕੀਤਾ, ਕਿਉਂਕਿ ਉਹ ਸੋਚਣ ਲੱਗ ਪਿਆ ਕਿ 3 ਦਿਸ਼ਾਵਾਂ ਤੋਂ ਇੰਨਾ ਧਨ ਮਿਲ ਗਿਆ ਮੈਨੂੰ, ਹੁਣ ਚੌਥੀ ਦਿਸ਼ਾ ਵੱਲ ਜੇ ਜਾਵਾਂ ਤਾਂ ਜ਼ਰੂਰ ਇਹਦੇ ਨਾਲੋਂ ਵੀ ਵੱਧ ਦੌਲਤ ਹੋਊਗੀ ਉੱਥੇ। ਤਾਂ ਬੇਟਾ ਉਹਦੇ ਮਨ ਦੇ ਵਿੱਚ ਇਹ ਖਿਆਲ ਆ ਗਿਆ, ਲਾਲਚ ਆ ਗਿਆ ਕਿ ਮੈਨੂੰ ਚੌਥੀ ਦਿਸ਼ਾ ਵੱਲ ਜਾਣਾ ਚਾਹੀਦਾ। ਕਿਉਂਕਿ ਉਹਨੇ ਸੋਚਿਆ ਕਿ ਹੋ ਸਕਦਾ ਚੌਥੀ ਦਿਸ਼ਾ ਵੱਲ ਜਾਣ ਤੋਂ ਮੈਨੂੰ ਤਾਂ ਹੀ ਉਸ ਸੰਤ ਨੇ ਮਨਾ ਕੀਤਾ ਹੋਵੇ ਕਿ ਉੱਥੇ ਬਹੁਤ ਜ਼ਿਆਦਾ ਧਨ ਹੋਵੇ ਤੇ ਉਹ ਧਨ ਉਹ ਆਪ ਰੱਖਣਾ ਚਾਹੁੰਦਾ ਹੋਵੇ। ਤਾਂ ਇਸ ਲਈ ਮੈਨੂੰ ਹੁਣ ਉਸ ਚੌਥੀ ਦਿਸ਼ਾ ਵੱਲ ਜਾ ਕੇ ਵੀ ਉਸ ਧਨ ਤੇ ਕਬਜ਼ਾ ਕਰ ਲੈਣਾ ਚਾਹੀਦਾ।
ਤਾਂ ਹੋਰ ਧਨ ਪ੍ਰਾਪਤ ਕਰਨ ਦਾ ਲਾਲਚ ਮਨ ਦੇ ਵਿੱਚ ਬੇਟਾ ਵੱਧਦਾ ਗਿਆ, ਤੇ ਉਹਨੇ ਜੋ ਸੰਤ ਨੇ ਕਿਹਾ ਸੀ ਦੁਬਾਰਾ ਉਹਦੇ ਬਾਰੇ ਚੰਗੀ ਤਰ੍ਹਾਂ ਸੋਚਿਆ ਨਹੀਂ। ਹੁਣ ਤੁਹਾਨੂੰ ਪਤਾ ਹੈ ਨਾ ਸੰਤ ਨੇ ਕੀ ਕਿਹਾ ਸੀ। ਸੰਤ ਨੇ ਕਿਹਾ ਸੀ ਕਿ ਨਾ ਤੂੰ ਇਹ ਦੀਵਾ ਬਾਲਣਾ ਹੈ ਤੇ ਨਾ ਹੀ ਤੂੰ ਉੱਤਰ ਦਿਸ਼ਾ ਵੱਲ ਜਾਣਾ ਹੈ। ਪਰ ਨਹੀਂ ਬੇਟਾ, ਉਹਨੇ ਅਗਲੇ ਦਿਨ ਸਵੇਰੇ ਹੀ ਚੌਥਾ ਦੀਵਾ ਬਾਲ ਲਿਆ ਤੇ ਕਾਲੀ ਕਾਲੀ ਉੱਤਰ ਦਿਸ਼ਾ ਵੱਲ ਤੁਰਦਾ ਗਿਆ ਤਾਂ ਬੇਟਾ ਇੱਕ ਮਹਿਲ ਦੇ ਕੋਲ ਜਾ ਕੇ ਉਹਦਾ ਦੀਵਾ ਬੁਝ ਗਿਆ। ਮਹਿਲ ਦਾ ਦਰਵਾਜ਼ਾ ਬੰਦ ਸੀ। ਉਹਨੇ ਜਦੋਂ ਦਰਵਾਜ਼ੇ ਨੂੰ ਧੱਕਾ ਦਿੱਤਾ, ਦਰਵਾਜ਼ਾ ਖੁੱਲ ਗਿਆ। ਉਹ ਤਾਂ ਬਹੁਤ ਖੁਸ਼ ਹੋ ਗਿਆ। ਤਾਂ ਉਹਨੇ ਸੋਚਿਆ ਹੁਣ ਤਾਂ ਇਹ ਸਾਰਾ ਮਹਿਲ ਮੇਰਾ ਹੀ ਹੈ, ਤਾਂ ਜਿਹੜੀ ਮੈਂ ਹੁਣ ਤੱਕ ਦੌਲਤ ਇਕੱਠੀ ਕੀਤੀ ਹੈ ਤਿੰਨਾਂ ਦਿਸ਼ਾਵਾਂ ਵੱਲ ਜਾ ਕੇ, ਉਹ ਵੀ ਮੈਂ ਇੱਥੇ ਹੀ ਲੈ ਆਉਂਗਾ ਤੇ ਐਸ਼ ਨਾਲ ਰਹੂੰਗਾ। ਤਾਂ ਬੇਟਾ ਉਹ ਮਹਿਲ ਦੇ ਇੱਕ ਇੱਕ ਕਮਰੇ ਨੂੰ ਵੇਖਣ ਲੱਗ ਪਿਆ। ਕੋਈ ਕਮਰਾ ਹੀਰੇ ਮੋਤੀਆਂ ਨਾਲ ਭਰਿਆ ਹੋਇਆ ਸੀ, ਕਿਸੇ ਕਮਰੇ 'ਚ ਸੋਨੇ ਦੇ ਕੀਮਤੀ ਤੋਂ ਕੀਮਤੀ ਗਹਿਣੇ ਪਏ ਸੀ। ਇਸੇ ਤਰ੍ਹਾਂ ਹੋਰ ਵੀ ਕਮਰਿਆਂ ਦੇ ਵਿੱਚ ਬੇਅੰਤ ਧਨ ਦੌਲਤ ਪਈ ਸੀ। ਇਹ ਸਾਰਾ ਕੁਝ ਦੇਖ ਕੇ ਉਹ ਤਾਂ ਹੱਕਾ ਬੱਕਾ ਹੋ ਗਿਆ। ਉਹਨੇ ਸੋਚਿਆ ਵੀ ਕਿੰਨੀ ਚੰਗੀ ਕਿਸਮਤ ਹੈ ਮੇਰੀ, ਜੇ ਮੈਂ ਸੰਤਾਂ ਦੇ ਆਖੇ ਲੱਗ ਜਾਂਦਾ ਤਾਂ ਇੰਨਾ ਧਨ ਦੌਲਤ ਹੈ ਜਿਹੜਾ, ਉਹ ਤੋਂ ਤਾਂ ਮੈਂ ਵਾਂਝਾ ਰਹਿ ਜਾਂਦਾ। ਤਾਂ ਉਹ ਦੇਖਦਾ ਹੋਇਆ ਅੱਗੇ ਵੱਧਦਾ ਗਿਆ ਕਿ ਅਗਲੇ ਕਮਰੇ 'ਚ ਕੀ ਹੈ, ਅਗਲੇ ਕਮਰੇ 'ਚ ਕੀ ਹੈ ਬੇਟਾ। ਤਾਂ ਅੱਗੇ ਜਾ ਕੇ ਉਹਨੂੰ ਨਾ ਚੱਕੀ ਦੀ ਆਵਾਜ਼ ਸੁਣੀ। ਤਾਂ ਉਹਨੇ ਦੇਖਿਆ ਵੀ ਇਹ ਚੱਕੀ ਚੱਲਣ ਦੀ ਆਵਾਜ਼ ਕਿੱਥੋਂ ਆਉਂਦੀ ਹੈ। ਉਹ ਉਸ ਕਮਰੇ 'ਚ ਚਲਾ ਗਿਆ ਤਾਂ ਉੱਥੇ ਇੱਕ ਬੁੱਢਾ ਆਦਮੀ ਚੱਕੀ ਚਲਾਈ ਜਾਂਦਾ ਸੀ। ਹੁਣ ਇਸ ਲਾਲਚੀ ਆਦਮੀ ਨੇ ਉਸ ਬੁੱਢੇ ਨੂੰ ਕਿਹਾ ਕਿ ਤੂੰ ਇੱਥੇ ਕਿਵੇਂ ਪਹੁੰਚ ਗਿਆ। ਤਾਂ ਬੇਟਾ ਉਹ ਬੁੱਢਾ ਕਹਿੰਦਾ ਐਂ ਕਰ, ਤੂੰ ਇੱਥੇ ਆ ਕੇ ਆ ਚੱਕੀ ਚਲਾ, ਮੈਂ ਥੋੜਾ ਜਿਹਾ ਸਾਹ ਲੈ ਲਾਂ ਤੇ ਸਾਹ ਲੈ ਕੇ ਤੈਨੂੰ ਦੱਸਦਾ ਸਾਰੀ ਗੱਲ। ਹੁਣ ਲਾਲਚੀ ਬੰਦੇ ਦਾ ਤਾਂ ਦਿਮਾਗ ਨਾ ਬੇਟਾ ਉਸ ਧਨ ਦੌਲਤ ਨੇ ਅੰਨਾ ਕੀਤਾ ਹੋਇਆ ਸੀ। ਉਹ ਜਾ ਕੇ ਚੱਕੀ ਚਲਾਉਣ ਲੱਗ ਗਿਆ। ਜਦੋਂ ਹੀ ਬੁੱਢਾ ਚੱਕੀ ਤੋਂ ਉੱਠਿਆ ਤੇ ਉਹ ਉੱਚੀ ਉੱਚੀ ਹੱਸਣ ਲੱਗ ਪਿਆ। ਹੁਣ ਇਹ ਲਾਲਚੀ ਬੰਦਾ ਹੈਰਾਨ ਰਹਿ ਗਿਆ। ਉਹ ਚੱਕੀ ਬੰਦ ਕਰਕੇ ਪੁੱਛਣ ਹੀ ਲੱਗਿਆ ਸੀ ਵੀ ਕੀ ਹੋ ਗਿਆ। ਤਾਂ ਬੁੱਢੇ ਨੇ ਨਾਲ ਦੀ ਨਾਲ ਉਹਨੂੰ ਕਿਹਾ, ਨਾ ਚੱਕੀ ਨਾ ਬੰਦ ਕਰੀ, ਇਹ ਮਹਿਲ ਹੁਣ ਤੇਰਾ ਹੈ, ਪਰ ਇਹ ਉਨੀ ਦੇਰ ਹੀ ਖੜਾ ਰਹੂਗਾ ਜਿੰਨੀ ਦੇਰ ਤੂੰ ਚੱਕੀ ਚਲਾਉਂਦਾ ਰਹੇਗਾ। ਜੇ ਤੂੰ ਚੱਕੀ ਚਲਾਉਣੀ ਬੰਦ ਕਰਤੀ ਤਾਂ ਇਹ ਮਹਿਲ ਡਿੱਗ ਪਊਗਾ ਤੇ ਤੂੰ ਵੀ ਇਹਦੇ ਥੱਲੇ ਆ ਕੇ ਮਰ ਜਾਏਗਾ। ਫਿਰ ਬੁੱਢੇ ਨੇ ਉਹਨੂੰ ਦੱਸਿਆ ਕਿ ਮੈਂ ਵੀ ਤੇਰੇ ਵਾਂਗ ਲਾਲਚ ਕੀਤਾ ਸੀ। ਮੇਰੇ ਕੋਲ ਵੀ ਸੰਤਾਂ ਨੇ ਆ ਕੇ 4 ਦੀਵੇ ਦਿੱਤੇ ਸੀ। ਮੈਂ ਵੀ ਤੇਰੇ ਵਾਂਗੂ ਉਹਨਾਂ ਦੀ ਗੱਲ ਨਹੀਂ ਸੀ ਮੰਨੀ। ਚੌਥਾ ਦੀਵਾ ਲੈ ਕੇ ਇੱਧਰ ਨੂੰ ਤੁਰ ਪਿਆ ਸੀ ਤੇ ਹੁਣ ਮੇਰੀ ਸਾਰੀ ਜਵਾਨੀ ਇਹ ਚੱਕੀ ਚਲਾਉਂਦਿਆਂ ਦੀ ਲੰਘ ਗਈ। ਹੁਣ ਕਿਤੇ ਜਾ ਕੇ ਤੂੰ ਆਇਆ ਤਾਂ ਹੁਣ ਮੇਰਾ ਛੁਟਕਾਰਾ ਹੈ ਜਿਹੜਾ ਉਹ ਹੋਊਗਾ। ਪਰ ਉਹਦੀ ਗੱਲ ਸੁਣ ਕੇ ਲਾਲਚੀ ਆਦਮੀ ਤਾਂ ਰੋਣ ਲੱਗ ਪਿਆ। ਉਹ ਕਹਿੰਦਾ ਮੇਰਾ ਛੁਟਕਾਰਾ ਫਿਰ ਕਿਵੇਂ ਹੋਊਗਾ। ਤਾਂ ਬੁੱਢੇ ਨੇ ਕਿਹਾ ਕਿ ਜਦੋਂ ਮੇਰੇ ਤੇ ਤੇਰੇ ਵਾਂਗੂ ਕੋਈ ਹੋਰ ਲਾਲਚੀ ਆਦਮੀ ਲਾਲਚ 'ਚ ਅੰਨਾ ਹੋ ਕੇ ਇੱਥੇ ਆਊਗਾ ਤਾਂ ਉਸ ਸਮੇਂ ਤੇਰਾ ਛੁਟਕਾਰਾ ਹੋਊਗਾ। ਤਾਂ ਉਹ ਲਾਲਚੀ ਆਦਮੀ ਨੇ ਬੁੱਢੇ ਨੂੰ ਆਖਰੀ ਸਵਾਲ ਪੁੱਛਿਆ ਕਿ ਤੂੰ ਹੁਣ ਬਾਹਰ ਜਾ ਕੇ ਕੀ ਕਰੇਂਗਾ। ਤਾਂ ਉਹ ਬੁੱਢੇ ਨੇ ਕਿਹਾ ਕਿ ਮੈਂ ਸਾਰੇ ਲੋਕਾਂ ਨੂੰ ਉੱਚੀ ਉੱਚੀ ਇਹੀ ਸੰਦੇਸ਼ ਦੇਵਾਂਗਾ, ਇਹੀ ਕਹੂੰਗਾ ਕਿ ਲਾਲਚ ਬੁਰੀ ਬਲਾ ਹੈ, ਕਦੇ ਵੀ ਲਾਲਚ ਦੇ ਵਿੱਚ ਨਹੀਂ ਆਉਣਾ ਚਾਹੀਦਾ। ਤਾਂ ਇਹ ਕਹਾਣੀ ਸੀ ਬੇਟਾ ਲਾਲਸਾ ਦੀ ਚੱਕੀ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਅਖੀਰ ਤੇ ਕਹਾਣੀ ਦੇ ਵਿੱਚ ਉਪਦੇਸ਼ ਹੈ ਕਿ ਲਾਲਚ ਬੁਰੀ ਬਲਾ ਹੈ। ਹੁਣ ਜੇ ਆਪਾਂ ਕਿਸੇ ਨੂੰ ਕਹੀਏ ਵੀ ਲਾਲਚ ਬੁਰੀ ਬਲਾ ਹੈ, ਲਾਲਚ ਨਹੀਂ ਕਰਨਾ ਚਾਹੀਦਾ, ਤਾਂ ਉਹ ਇੱਕ ਵਾਰ ਸੁਣਦਾ, ਫਿਰ ਅਸਰ ਉਹਦਾ ਥੋੜੀ ਦੇਰ ਬਾਅਦ ਖਤਮ ਹੋ ਜਾਂਦਾ। ਹੁਣ ਜੇ ਅਸੀਂ ਇਹ ਕਹਾਣੀ ਸੁਣਾਵਾਂਗੇ ਤਾਂ ਉਹ ਜ਼ਿਆਦਾ ਸਮਾਂ ਇਹਦੇ ਬਾਰੇ ਸੋਚੂਗਾ, ਤਾਂ ਉਹਦੇ ਮਨ ਤੇ ਇਸ ਗੱਲ ਦਾ ਜ਼ਿਆਦਾ ਅਸਰ ਹੋਊਗਾ। ਤਾਂ ਬੱਚਿਓ, ਆਪਾਂ ਸਾਰਿਆਂ ਨੇ ਵੀ ਲਾਲਚ ਨਹੀਂ ਕਰਨਾ। ਜਿੰਨਾ ਕੁਝ ਮਿਲਿਆ ਉਹਨੇ ਵਾਸਤੇ ਪਰਮਾਤਮਾ ਦਾ ਸ਼ੁਕਰ ਕਰਨਾ।
ਤਾਂ ਅੱਗੇ ਇਸ ਪਾਠ ਦਾ ਅਭਿਆਸ ਹੈ, ਤਾਂ ਤੁਸੀਂ ਆਪਣੇ ਆਪ, ਮੈਨੂੰ ਉਮੀਦ ਹੈ ਕਿ ਹੱਲ ਕਰ ਸਕਦੇ ਹੋ। ਜਿਵੇਂ ਪਹਿਲਾ ਪ੍ਰਸ਼ਨ ਹੈ, ਲਾਲਚੀ ਬੰਦੇ ਨੇ ਸਾਧ ਸੰਤਾਂ ਦੀ ਸੇਵਾ ਕਿਹੜੇ ਪ੍ਰਯੋਜਨ ਨਾਲ ਕਰਨੀ ਸ਼ੁਰੂ ਕੀਤੀ? ਪ੍ਰਯੋਜਨ ਨਾਲ ਭਾਵ ਕੀ ਸੋਚਿਆ ਉਹਨੇ, ਕਿਉਂ ਕਰਨੀ ਸ਼ੁਰੂ ਕੀਤੀ? ਕਿਉਂਕਿ ਉਹਦੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਸਾਧ ਸੰਤ ਹੈ ਜਿਹੜੇ, ਉਹ ਮੈਨੂੰ ਕੋਈ ਨਾ ਕੋਈ ਵਰ ਦੇ ਸਕਦੇ ਹੈ, ਕੁਛ ਨਾ ਕੁਛ ਮੈਨੂੰ ਜ਼ਰੂਰ ਦੇਣਗੇ ਜੇ ਮੈਂ ਉਹਨਾਂ ਦੀ ਸੇਵਾ ਕਰੂੰਗਾ। ਤਾਂ ਇਸ ਪ੍ਰਯੋਜਨ ਨਾਲ, ਇਸ ਸੋਚ ਨਾਲ ਹੀ ਉਸਨੇ ਸਾਧ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ। ਦੂਜਾ ਕੁਐਸਚਨ ਹੈ, ਲਾਲਚੀ ਬੰਦਾ ਬੇਸਬਰੀ ਨਾਲ ਇੱਕ ਤੋਂ ਪਿੱਛੋਂ ਦੂਜੀ ਦਿਸ਼ਾ ਵੱਲ ਦੀਵਾ ਬਾਲ ਕੇ ਕਿਉਂ ਤੁਰ ਪੈਂਦਾ ਸੀ? ਕਿਉਂਕਿ ਬੱਚਿਓ, ਉਹਦੇ ਮਨ ਦੇ ਵਿੱਚ ਲਾਲਸਾ ਸੀ, ਹੋਰ ਜ਼ਿਆਦਾ ਤੇ ਵੱਧ ਤੋਂ ਵੱਧ ਧਨ ਪ੍ਰਾਪਤ ਕਰਨ ਦੀ ਇੱਛਾ ਸੀ। ਉਹਦੇ ਵਿੱਚ ਸਬਰ ਸੰਤੋਖ ਨਹੀਂ ਸੀ। ਇਸ ਕਰਕੇ ਉਹ ਇੱਕ ਦਿਸ਼ਾ ਵਿੱਚ ਜਾ ਕੇ ਧਨ ਪ੍ਰਾਪਤ ਕਰਨ ਤੋਂ ਬਾਅਦ ਨਾਲ ਦੀ ਨਾਲ ਦੂਜਾ ਦੀਵਾ ਬਾਲਦਾ ਤੇ ਦੂਜੀ ਦਿਸ਼ਾ ਵੱਲ ਨੂੰ ਤੁਰ ਪੈਂਦਾ। ਤੀਸਰਾ ਪ੍ਰਸ਼ਨ ਹੈ, ਲਾਲਚੀ ਬੰਦੇ ਨੇ ਸੰਤਾਂ ਦੇ ਬਚਨਾਂ ਦੀ ਅਵੱਗਿਆ ਕਿਉਂ ਕੀਤੀ? ਅਵੱਗਿਆ ਮਤਲਬ ਪਾਲਣਾ ਕਿਉਂ ਨਹੀਂ ਕੀਤੀ? ਤਾਂ ਕਿਉਂ ਲਾਲਚੀ ਬੰਦੇ ਨੇ ਸੰਤਾਂ ਦੇ ਜਿਹੜੇ ਬਚਨ ਸੀਗੇ ਉਹਨਾਂ ਦੀ ਪਾਲਣਾ ਨਹੀਂ ਕੀਤੀ? ਕਿਉਂਕਿ ਉਹਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਗਿਆ। ਉਹ ਸੋਚਣ ਲੱਗ ਪਿਆ ਕਿ ਚੌਥੀ ਦਿਸ਼ਾ ਦੇ ਵਿੱਚ ਵੀ ਜ਼ਰੂਰ ਬਹੁਤ ਸਾਰਾ ਧਨ ਹੋਣਾ ਹੈ। ਹੋ ਸਕਦਾ ਹੈ ਸੰਤ ਆਪ ਉਹ ਧਨ ਰੱਖਣਾ ਚਾਹੁੰਦੇ ਹੋਣ, ਇਸ ਕਰਕੇ ਮੈਨੂੰ ਚੌਥੀ ਦਿਸ਼ਾ ਵੱਲ ਜਾਣ ਤੋਂ ਮਨਾ ਕੀਤਾ ਹੋਵੇ। ਤਾਂ ਇਸ ਗੱਲ ਨੇ, ਜਦੋਂ ਉਹਦੇ ਮਨ ਦੇ ਵਿੱਚ ਇਹ ਭਾਵਨਾ ਭਾਰੂ ਹੋ ਗਈ, ਤਾਂ ਉਸਨੇ ਸੰਤਾਂ ਦੀ ਕੋਈ ਪਰਵਾਹ ਨਾ ਕੀਤੀ। ਲਾਲਚੀ ਬੰਦਾ ਚੱਕੀ ਵਾਲੀ ਕੋਠੜੀ ਤੱਕ ਕਿਵੇਂ ਅੱਪੜ ਗਿਆ? ਹੁਣ ਲਾਲਚੀ ਬੰਦਾ ਜਿਹੜਾ ਦੀਵਾ ਬਾਲਣ ਤੋਂ ਸੰਤਾਂ ਨੇ ਮਨਾ ਕੀਤਾ ਸੀ, ਉਹ ਦੀਵਾ ਬਾਲ ਕੇ ਉੱਤਰ ਦਿਸ਼ਾ ਵੱਲ ਤੁਰ ਪਿਆ। ਜਿੱਥੇ ਦੀਵਾ ਬੁਝਿਆ ਉੱਥੇ ਮਹਿਲ ਦਾ ਦਰਵਾਜ਼ਾ ਸੀ। ਉਹਨੇ ਮਹਿਲ ਦਾ ਦਰਵਾਜ਼ਾ ਖੋਲ੍ਹਿਆ, ਅੰਦਰ ਜਾ ਕੇ ਦੇਖਿਆ ਹਰ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਧਨ ਦੌਲਤ ਸੀ। ਉਹ ਅੱਗੇ ਅੱਗੇ ਦੇਖਦਾ ਲੰਘੀ ਗਿਆ ਤਾਂ ਇੱਕ ਕਮਰੇ ਦੇ ਵਿੱਚੋਂ ਉਹਨੂੰ ਚੱਕੀ ਚੱਲਣ ਦੀ ਆਵਾਜ਼ ਸੁਣੀ। ਤਾਂ ਫਿਰ ਉਹ ਉਸ ਕਮਰੇ ਦੇ ਵਿੱਚ ਚੱਕੀ ਚਲਾਉਂਦੇ ਬੁੱਢੇ ਤੱਕ ਪਹੁੰਚ ਗਿਆ। ਧਨ ਦੌਲਤ ਨਾਲ ਭਰੇ ਮਹਿਲ ਨੂੰ ਪ੍ਰਾਪਤ ਕਰਕੇ ਲਾਲਚੀ ਬੰਦਾ ਕਿਉਂ ਰੋ ਪਿਆ? ਹੁਣ ਲਾਲਚੀ ਬੰਦੇ ਨੂੰ ਚੱਕੀ ਤੇ ਬੈਠ ਕੇ ਜਦੋਂ ਪਤਾ ਲੱਗਾ ਕਿ ਇਹ ਸਾਰਾ ਮਹਿਲ ਉਹਦਾ ਹੈ, ਪਰ ਸਿਰਫ ਓਨੀ ਦੇਰ ਜਿੰਨੀ ਦੇਰ ਉਹ ਚੱਕੀ ਚਲਾਉਂਦਾ ਰਹੂਗਾ। ਜਦੋਂ ਉਹਨੇ ਚੱਕੀ ਚਲਾਉਣੀ ਬੰਦ ਕਰਤੀ, ਸਾਰਾ ਮਹਿਲ ਹੈ ਜਿਹੜਾ ਉਹ ਡਿੱਗ ਪੈਣਾ ਤੇ ਉਹਨੇ ਮਹਿਲ ਦੇ ਹੇਠਾਂ ਆ ਕੇ ਮਰ ਜਾਣਾ। ਤਾਂ ਧਨ ਦੌਲਤ ਨਾਲ ਭਾਵੇਂ ਭਰਿਆ ਉਹਨੂੰ ਮਹਿਲ ਮਿਲ ਗਿਆ, ਪਰ ਇਹ ਗੱਲ ਸੁਣ ਕੇ ਲਾਲਚੀ ਬੰਦਾ ਜਿਹੜਾ ਉਹ ਰੋ ਪਿਆ ਸੀ। ਲਾਲਸਾ ਦੀ ਚੱਕੀ ਨਾਂ ਦੀ ਕਥਾ ਕਿਹੜੀ ਜੀਵਨ ਨੀਤੀ ਨੂੰ ਦ੍ਰਿੜਾਉਂਦੀ ਹੈ? ਦ੍ਰਿੜਾਉਂਦੀ ਹੈ ਮਤਲਬ ਦ੍ਰਿੜ ਕਰਦੀ ਹੈ, ਦੱਸਦੀ ਹੈ ਸਾਨੂੰ। ਕਿਹੜੀ ਜੀਵਨ ਨੀਤੀ ਭਾਵ ਕੀ ਸਿੱਖਿਆ ਸਾਨੂੰ ਦਿੰਦੀ ਹੈ ਇਹ ਕਹਾਣੀ? ਤਾਂ ਇਹ ਕਹਾਣੀ ਸਾਨੂੰ ਸਿੱਖਿਆ ਦਿੰਦੀ ਹੈ ਬੱਚਿਓ ਕਿ ਲਾਲਚ ਬੁਰੀ ਬਲਾ ਹੈ। ਸਾਨੂੰ ਆਪਣੀ ਜ਼ਿੰਦਗੀ ਸਬਰ ਤੇ ਸੰਤੋਖ ਨਾਲ ਬਤੀਤ ਕਰਨੀ ਚਾਹੀਦੀ ਹੈ। ਜਿੰਨੀਆਂ ਸਾਡੇ ਕੋਲ ਸੁੱਖ ਸੁਵਿਧਾਵਾਂ ਨੇ, ਉਹਨਾਂ ਸੁੱਖ ਸੁਵਿਧਾਵਾਂ ਕਾਰਨ ਪਰਮਾਤਮਾ ਦਾ ਧੰਨਵਾਦੀ ਹੋਣਾ ਚਾਹੀਦਾ, ਨਾ ਕਿ ਅਸੀਂ ਲਾਲਚ ਦੇ ਵਿੱਚ ਅੰਨੇ ਹੋ ਕੇ ਹੋਰ ਪ੍ਰਾਪਤ ਕਰਨ ਦੀ ਇੱਛਾ ਆਪਣੇ ਮਨ ਦੇ ਵਿੱਚ ਰੱਖਦੇ ਰਹੀਏ ਤੇ ਇਹ ਇੱਛਾ ਰੱਖਦੇ ਹੋਏ ਅਜਿਹੇ ਕੰਮ ਕਰੀਏ ਜਿਹੜੇ ਕੰਮ ਕਰਨ ਦੀ ਮਨਾਹੀ ਹੁੰਦੀ ਹੈ। ਤਾਂ ਹੁਣ ਅੱਜ ਕੱਲ ਬੇਟਾ, ਜੇ ਕਿਸੇ ਨੂੰ ਇਸ ਤਰ੍ਹਾਂ ਦੇ ਸਾਧ ਸੰਤ ਨਹੀਂ ਮਿਲਦੇ, ਪਰ ਫਿਰ ਵੀ ਸਾਨੂੰ ਬਹੁਤ ਸਾਰੇ ਕੰਮਾਂ ਦਾ ਪਤਾ ਹੈ ਕਿ ਉਹਨਾਂ ਦੇ ਵਿੱਚ ਹੋ ਸਕਦਾ ਧਨ ਦੌਲਤ ਜ਼ਿਆਦਾ ਮਿਲਦੀ ਹੋਵੇ, ਪੈਸਾ ਜ਼ਿਆਦਾ ਮਿਲਦਾ ਹੋਵੇ, ਪਰ ਉਹ ਕੰਮ ਗਲਤ ਹੈ। ਜਿਵੇਂ ਚੋਰੀ ਕਰਨੀ, ਕਿਸੇ ਨਾਲ ਕੋਈ ਠੱਗੀ ਕਰਨੀ, ਕਿਸੇ ਦੇ ਨਾਲ ਕੋਈ ਅਨਿਆਂ ਕਰਨਾ, ਕਿਸੇ ਦੇ ਨਾਲ ਧੋਖਾ ਕਰਕੇ ਉਸ ਦੀ ਜ਼ਮੀਨ ਜਾਇਦਾਦ ਨੂੰ ਹੜੱਪਣਾ, ਜਾਂ ਕੋਈ ਗਲਤ ਕੰਮ ਜਿਵੇਂ ਕਾਲੇ ਧੰਦੇ ਕਰਨੇ, ਚੋਰ ਬਜ਼ਾਰੀ ਕਰਨੀ,
ਤਾਂ ਇਹ ਸਾਰੇ ਗਲਤ ਕੰਮ ਹੈ ਜਿਹੜੇ ਭਾਵੇਂ ਇੱਕ ਵਾਰ ਸਾਡੇ ਮਨ ਨੂੰ ਲਾਲਚ ਦਿੰਦੇ ਆ ਕਿ ਇਹਨਾਂ ਕੰਮਾਂ 'ਚ ਬਹੁਤ ਪੈਸਾ ਹੈ, ਪਰ ਅਸਲ ਦੇ ਵਿੱਚ ਇਹ ਗਲਤ ਕੰਮ ਨੇ ਤੇ ਹਮੇਸ਼ਾ ਮਾੜੇ ਕੰਮਾਂ ਦੇ ਨਤੀਜੇ ਮਾੜੇ ਹੁੰਦੇ ਆ। ਇਸ ਲਈ ਲਾਲਚ 'ਚ ਨਹੀਂ ਪੈਣਾ ਚਾਹੀਦਾ, ਸਗੋਂ ਆਪਣੇ ਹੱਥੀਂ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੀ ਮਿਹਨਤ ਦੇ ਨਾਲ ਕੀਤੀ ਕਮਾਈ ਹੈ ਜਿਹੜੀ ਉਸ ਦੇ ਸਿਰ ਤੇ ਹੀ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ।